ਇਹ ਵਿਊ ਪੁਆਇੰਟ ਅੱਜ ਕੁਦਰਤੀ ਤੁਸੀਂ ਦੇਖੋ 6 ਬੱਚੇ ਇੱਥੇ ਆਏ ਹੈ ਤੇ 6 ਦੇ 6 ਹੀ ਸਟੂਡੈਂਟਸ ਨੇ। ਅਸੀਂ ਇਹ ਸਟੂਡੈਂਟ ਟੀਚਰ ਸੈਸ਼ਨ ਵਿੱਚ ਟੀਚਰਸ ਤੋਂ ਮਤਲਬ ਕਿ ਇਹ ਪ੍ਰਭਾਵ ਲੈਣ ਵਾਸਤੇ ਸੀਗਾ ਕਿ ਇਸ ਕਰਕੇ ਵੀ ਉਹ ਬੱਚਿਆਂ ਦੇ ਵਿੱਚ ਕੀ ਬੁਰਾਈਆਂ ਮਤਲਬ ਕਿ ਮਹਿਸੂਸ ਕਰਦੇ ਨੇ ਤੇ ਉਹਦਾ ਕਾਰਨ ਕੀ ਹੈ। ਮੈਂ ਤੁਹਾਨੂੰ ਇੱਕ ਸਰਵੇ ਦੱਸਦਾ, ਪਿਛਲੇ ਅਜੇ 2 ਕੁ ਮਹੀਨੇ ਪਹਿਲਾਂ ਬੜੂ ਸਾਹਿਬ ਮਤਲਬ ਹਿਮਾਚਲ ਦੇ ਵਿੱਚ ਜਿਹੜੀ ਅਕਾਲ ਅਕੈਡਮੀ ਹੈ, ਉਹਨਾਂ ਦੇ ਤਕਰੀਬਨ 100 ਤੋਂ ਵੱਧ ਸਕੂਲ ਪੰਜਾਬ, ਹਿਮਾਚਲ, ਹਰਿਆਣੇ ਦੇ ਵਿੱਚ ਕਰਦੇ ਹੈ। ਉਹਨਾਂ ਨੇ ਟੀਚਰਸ ਦੀ ਵਰਕਸ਼ਾਪ ਲਗਾਈ, ਉਹਨਾਂ ਨੂੰ ਦਿੱਤਾ, ਉਹਨਾਂ ਨੇ ਰਿਟਰਨ ਦੇ ਵਿੱਚ ਸਾਰਿਆਂ ਨੇ 200 ਟੀਚਰਸ ਨੇ ਜਵਾਬ ਦਿੱਤਾ ਵੀ ਜਿਸ ਤਰ੍ਹਾਂ ਵੀ ਉਹਨਾਂ ਨੇ, ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਵੀ ਦੱਸਿਆ ਹੈਗਾ। ਅਤੇ ਜਿਹੜੀਆਂ ਸਮੱਸਿਆਵਾਂ 2 ਉੱਭਰ ਕੇ ਆਈਆਂ, ਉਹ ਇੱਕ ਇਹ ਸੀਗਾ ਕਿ ਬੱਚੇ ਰਿਸਪੈਕਟ ਨਹੀਂ ਕਰਦੇ ਅਤੇ ਦੂਸਰੇ ਬੱਚੇ ਨਾ ਇਨਡਿਸਿਪਲਿਨ ਨੇ, ਅਤੇ ਹੋਰ ਬਾਕੀ ਮਤਲਬ ਕਿ ਗੱਲਾਂ ਸੀਗੀਆਂ। ਇਹ 2 ਗੱਲਾਂ ਉਭਾਰ ਕੇ ਟੀਚਰਸ ਨੇ ਕਿਹਾ। ਇੱਕ ਵਾਰੀ ਪਹਿਲਾਂ ਵੀ ਮਤਲਬ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਅਧਿਆਪਕਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ, ਮੇਰੀ ਕਿਤਾਬ ਜਿਹੜੀ ਪਹਿਲੀ ਕਿਤਾਬ ਹੋਈ ਉਸ ਡਿਸਕਸ਼ਨ ਦੇ ਵਿੱਚੋਂ ਨਿਕਲੀ ਕਿ ਬੱਚੇ ਕਦੇ ਤੰਗ ਨਹੀਂ ਕਰਦੇ। ਮੈਂ ਉਹਨਾਂ ਦੇ ਵਿੱਚੋਂ ਥੀਸਿਸ ਕੱਢਿਆ, ਪਰ ਉਹ ਇਹ ਕਹਿੰਦੇ ਸੀਗੇ ਕਿ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਸਾਡੇ ਗੋਡਿਆਂ ਨੂੰ ਹੱਥ ਲਾਉਣਾ ਚਾਹੀਦਾ ਸੀਗਾ, ਅੱਜ ਕੱਲ੍ਹ ਸਾਡੇ ਕਾਲਰਾਂ ਨੂੰ ਪੈਂਦੇ ਨੇ, ਸਾਡੇ ਗਲੇ ਨੂੰ ਹੱਥ ਪਾਉਂਦੇ ਨੇ। ਇਹ ਅਧਿਆਪਕਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਹੈ। ਦੂਸਰੇ ਪਾਸੇ ਹੈਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਉਹਨਾਂ ਤੋਂ ਪੁੱਛਿਆ ਵੀ ਇਹਨਾਂ ਦਾ ਕਾਰਨ ਕੌਣ ਹੈ, ਤਾਂ ਜਿਸ ਤਰ੍ਹਾਂ ਹੁਣ ਅਧਿਆਪਕ ਬੱਚਿਆਂ ਨੇ ਗੱਲ ਕੀਤੀ, ਪਰ ਜੇ ਅਧਿਆਪਕ ਗੱਲ ਕਰਦੇ ਮੈਂ ਮੰਨਾਂ ਕਿ ਕਿਸੇ ਨੇ ਵੀ ਇਹ ਨਹੀਂ ਸੀ ਕਹਿਣਾ ਵੀ ਇਹਦੇ 'ਚ ਅਧਿਆਪਕਾਂ ਦਾ ਕਸੂਰ ਹੈ। 200 ਦੇ 200 ਟੀਚਰਸ ਨੇ ਜਵਾਬ ਦਿੱਤੇ, ਕਿਸੇ ਨੇ ਨਹੀਂ ਕਿਹਾ, ਸਾਰੇ ਕਹਿੰਦੇ ਮਾਪਿਆਂ ਦਾ ਕਸੂਰ ਹੈ। ਦੂਜਾ ਜਿਹੜਾ ਪੀਅਰ ਪ੍ਰੈਸ਼ਰ, ਬੈਡ ਕੰਪਨੀ ਹੈਗੀ ਹੈ। ਤੀਸਰਾ ਕਹਿੰਦੇ ਉਹ ਮੀਡੀਆ ਦਾ ਕਸੂਰ ਹੈ, ਇੰਟਰਨੈਟ ਦੀ ਗੱਲ ਤੇ ਇਹ ਉਹ ਇੱਧਰ ਉੱਧਰ ਦੀ ਗੱਲ ਕਰਦੇ ਹੈ। ਅਧਿਆਪਕ ਕਰਦੇ ਵੀ ਸਾਡਾ, ਜੇ ਅਧਿਆਪਕਾਂ ਤੋਂ ਪੁੱਛੋ ਤਾਂ ਉਹ ਕਹਿੰਦੇ ਕਿ ਸਾਡਾ ਕੋਈ ਕਸੂਰ ਨਹੀਂ ਹੈ। ਮਾਂ ਪਿਓ ਤੋਂ ਪੁੱਛੋ, ਜੇ ਤੁਸੀਂ ਮਾਂ ਪਿਓ ਕਹਿੰਦੇ ਨੇ ਅਸੀਂ ਇਹਨਾਂ ਨੂੰ ਬਹੁਤ ਸਹੂਲਤਾਂ ਦਿੰਦੇ ਹਾਂ, ਬਹੁਤ ਮਤਲਬ ਕਿ ਇਹਨਾਂ ਦੀ ਕੇਅਰ ਕਰਦੇ ਹਾਂ, ਇਹਨਾਂ ਨੂੰ ਅਸੀਂ ਆਪਣੇ ਆਪ ਨੂੰ ਮਤਲਬ ਕਿ ਟੰਗਿਆ ਹੋਇਆ ਹੈ, ਸਵੇਰੇ ਨਿਕਲਦੇ ਹਾਂ, ਹਸਬੈਂਡ ਵਾਈਫ ਦੋਵੇਂ ਨੌਕਰੀ ਕਰਦੇ ਹੈਗੇ ਆ, ਐਕਸਟਰਾ ਕੰਮ ਕਰਦੇ ਹਾਂ। ਕਿਹਦੇ ਵਾਸਤੇ ਕਰਦੇ ਹਾਂ? ਇਹਨਾਂ ਦੇ ਵਾਸਤੇ ਹੀ ਕਰਦੇ ਹਾਂ। ਅਸੀਂ ਇੰਨੀ ਸਹੂਲਤਾਂ ਦਿੱਤੀਆਂ ਨੇ, ਪਰ ਇਹ ਸਾਡੀ ਗੱਲ ਨਹੀਂ ਸੁਣਦੇ। ਇਹ ਅਧਿਆਪਕ ਜਿਹੜੇ ਨਾ ਇਹ ਮਾੜੇ ਹੈਗੇ ਨੇ, ਨਾ ਇਹ ਸਕੂਲ 'ਚ ਪੜ੍ਹਾਉਂਦੇ ਹੈ, ਨਾ ਸਕੂਲ 'ਚ ਡਿਸਿਪਲਿਨ ਸਿਖਾਉਂਦੇ ਹੈ। ਡਿਸਿਪਲਿਨ ਸਿਖਾਉਣ ਦਾ ਕੰਮ ਹੀ ਸਕੂਲ ਦਾ ਹੁੰਦਾ ਹੈ, ਅਤੇ ਇਹ ਕੁਛ ਨਹੀਂ ਸਿਖਾਉਂਦੇ। ਇਹ ਸਾਡੇ ਵੀ ਜੇ ਸਾਡੇ ਨਾਲ ਬੁਰਾ ਵਿਵਹਾਰ ਕਰਦੇ ਆ ਜਾਂ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ ਉਹਨਾਂ ਦੇ ਸ਼ਬਦਾਂ ਦੇ ਵਿੱਚ, ਤਾਂ ਇਹ ਸਕੂਲ ਦਾ ਐਨਵਾਇਰਨਮੈਂਟ ਮਤਲਬ ਖਰਾਬ ਹੈ। ਦੂਜਾ ਫਿਰ ਉਹ ਕਹਿ ਦੇਣਗੇ ਵੀ ਕੰਪਨੀ ਦੇ, ਤੀਜਾ ਮੀਡੀਆ ਤੋਂ, ਤਾਂ ਹਰੇਕ ਕੋਈ ਹੀ ਮਤਲਬ ਕਿ ਜੇ ਮਾਂ ਪਿਓ ਦੋਵੇਂ ਇਕੱਠੇ ਬੈਠ ਜਾਣ ਨਾ, ਅਤੇ ਅਧਿਆਪਕ, ਮਾਂ ਪਿਓ ਅਤੇ ਅਧਿਆਪਕ ਇਕੱਠੇ ਹੋ ਜਾਣ, ਪੇਰੈਂਟ ਟੀਚਰ ਮੀਟਿੰਗ ਦੀ ਗੱਲ ਵੀ ਹੋ ਜੇ, ਫਿਰ ਦੋਨੇ ਆਮਨੇ ਸਾਹਮਣੇ ਹੁੰਦੇ ਆ ਨਾ, ਫਿਰ ਉਹਨਾਂ ਦੇ ਸਾਰਿਆਂ ਤੋਂ ਵੱਡਾ ਹਥਿਆਰ ਉਹਨਾਂ ਦੇ ਸਾਹਮਣੇ ਮੀਡੀਆ ਹੁੰਦਾ। ਮੈਂ ਅਕਸਰ ਗੱਲ ਕਰਿਆ ਕਰਦਾ, ਕਿਉਂਕਿ ਤੁਸੀਂ ਇਕੱਲੇ ਅਧਿਆਪਕ ਨਹੀਂ, ਤੁਸੀਂ ਮਾਂ ਪਿਓ ਵੀ ਹੈਗੇ ਹੋ ਘਰੇ, ਇੱਥੋਂ ਦੀ ਬਾਅਦ ਨਿਕਲਦੇ ਤੁਸੀਂ ਮਾਂ ਪਿਓ ਉੱਥੇ ਮੈਂ ਗੱਲ ਇਹ ਕਰਦਾ ਵੀ ਮੀਡੀਆ ਦੇ ਉੱਤੇ ਅਸੀਂ ਸਾਰੇ ਵਰਸਦੇ ਹਾਂ, ਸਾਰੇ ਦੇ ਸਾਰੇ, ਹੈ ਨਾ, ਸਾਰੇ ਇਹ ਗੱਲ ਕਰਦੇ ਹੈਗੇ ਆ। ਪਰ ਤੁਸੀਂ ਹਿਸਾਬ ਲਗਾਓ ਵੀ ਮੈਂ ਗੱਲ ਕਰਦਾ ਵੀ ਜਿਹੜਾ TV ਘਰ ਦੇ 'ਚ ਲੱਗਿਆ ਨਾ 25-30-50 ਹਜ਼ਾਰ ਦਾ LCD, ਤੁਹਾਨੂੰ ਹੋ ਸਕਦਾ ਕਿ ਕੋਈ ਪਰਿਵਾਰ ਦੇ ਮੈਂਬਰ ਨੇ, ਭੈਣ ਭਰਾ ਨੇ ਗਿਫਟ ਕਰਤਾ ਹੋਵੇ, ਪਰ 250 ਰੁਪਏ ਮਹੀਨੇ ਦੀ ਪਰ ਮੰਥ ਜਿਹੜੀ ਕੇਬਲ ਲਵਾਈ ਵੀ ਹੈ ਨਾ ਤੁਸੀਂ, ਉਹ ਤੁਹਾਨੂੰ ਕੋਈ ਗਿਫਟ ਨਹੀਂ ਕਰਦਾ, ਉਹ ਤੁਸੀਂ ਆਪ ਲਵਾਈ ਹੈ। ਜੇ ਤੁਹਾਨੂੰ ਇੰਨਾ ਹੀ ਬੁਰਾ ਲੱਗਦਾ ਹੈਗਾ, ਕਦੇ ਕਿਸੇ ਨੇ ਹਿੰਮਤ ਕੀਤੀ ਹੈ ਵੀ ਤੁਸੀਂ ਉਸ ਨੂੰ ਇਹ ਕਹੋ ਵੀ ਅਸੀਂ ਆਪਣੇ ਘਰੇ ਕੇਬਲ ਨਹੀਂ ਲੱਗਣ ਦੇਣੀ। ਚਲੋ ਅਸੀਂ ਇਹਨੂੰ ਕਹਿੰਦੇ ਹਾਂ ਵੀ ਐਜੂਕੇਸ਼ਨ ਦਾ ਮੀਡੀਅਮ ਹੈ, ਇਹਦੇ ਨਾਲ ਬੜੀ ਚੇਤਨਤਾ ਵੀ ਆਉਂਦੀ ਹੈ, ਉਹਦਾ ਪੋਜ਼ੀਟਿਵ ਪੱਖ ਲੈਣ ਲੱਗਦੇ ਹੋ, ਪਰ ਕਦੀ ਤੁਸੀਂ ਬੱਚਿਆਂ ਦੇ ਨਾਲ ਬੈਠ ਕੇ ਕਦੇ ਉਸ TV ਨੂੰ ਇੰਜੋਏ ਕੀਤਾ? ਕਦੀ ਤੁਸੀਂ ਬੱਚਿਆਂ ਨੂੰ ਇਹ ਦੱਸਿਆ ਵੀ ਤੁਸੀਂ ਇਹ ਦੇਖੋ ਵੀ ਇਹ TV ਆਹ ਗੱਲ ਹੋ ਰਹੀ ਹੈ, ਆਹ ਗੱਲ ਮਤਲਬ ਕੋਈ ਕੌਣ ਬੋਲ ਰਿਹਾ ਹੈ, ਇਹਦਾ ਮਤਲਬ ਕੀ ਹੁੰਦਾ ਹੈ? ਮਤਲਬ ਕਿ ਇੱਕ ਗੱਲ, ਜਿਹੜੀ ਗੱਲ ਤੁਸੀਂ ਸੋਚਦੇ ਹੋ ਵੀ ਆਹ ਇੱਕ ਡਾਇਲਾਗ ਆਇਆ ਹੈ, ਇਹ ਐਡਵਰਟਾਈਜ਼ਮੈਂਟ ਦੇ ਵਿੱਚ ਇਹ ਇਸ਼ਤਿਹਾਰ ਆਇਆ ਹੈ, ਤੁਸੀਂ ਉਸੇ ਵਕਤ ਬੱਚੇ ਦਾ ਰਿਐਕਸ਼ਨ ਲੈ ਕੇ ਉਸ ਨੂੰ ਕੋਈ ਉਹਨੂੰ ਸੁਝਾਅ ਦਿੱਤਾ ਵੀ ਇਹ ਜੋ ਬੋਲ ਰਹੇ ਨੇ ਇਹ ਬਕਵਾਸ ਬੋਲਦੇ ਹੈਗੇ ਨੇ, ਆਹ ਜੋ ਕਰ ਰਹੇ ਨਾ ਇਹ ਕੁਛ ਨਹੀਂ ਹੈਗਾ। ਮੈਂ ਇੱਕ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਿਹਾ ਸੀਗਾ, ਕਿਉਂਕਿ ਮੈਂ ਹੈਲਥ ਡਿਪਾਰਟਮੈਂਟ ਨਾਲ ਰਿਲੇਟਿਡ ਹੈਗਾ, ਅਤੇ ਤੁਸੀਂ ਐਡਵਰਟਾਈਜ਼ਮੈਂਟ ਸੁਣੀ ਹੋਣੀ ਹੈ। ਇੱਕ ਔਰਤ ਜਿਹੜੀ ਹੈਗੀ ਹੈ ਦੂਜੀ ਔਰਤ ਨੂੰ ਕਹਿ ਰਹੀ ਹੈ ਵੀ ਤੂੰ ਆਪਣੇ ਬੱਚੇ ਨੂੰ ਕੈਲਸ਼ੀਅਮ ਵਾਸਤੇ ਕੀ ਦੇਣੀ ਹੈ? ਉਹ ਕਹਿੰਦੀ ਮੈਂ ਦੁੱਧ ਪਿਆਉਂਦੀ ਹਾਂ। ਕਹਿੰਦੀ ਨਹੀਂ ਦੁੱਧ ਤਾਂ ਤੂੰ ਪਿਆਉਂਦੀ, ਕਹਿੰਦੀ ਨਹੀਂ 2 ਗਲਾਸ ਦੁੱਧ ਪਿਆਉਂਦੀ ਹਾਂ। ਕਹਿੰਦੀ ਮੰਨ ਲਿਆ ਤੂੰ ਦੁੱਧ 2 ਗਲਾਸ ਪਿਆਉਂਦੀ ਹੈ, ਪਰ ਕੈਲਸ਼ੀਅਮ ਵਾਸਤੇ ਕੀ ਕਰਦੀ ਹੈ? ਦੁੱਧ ਕੈਲਸ਼ੀਅਮ ਦਾ ਸਭ ਤੋਂ ਰਿਚੈਸਟ ਸੋਰਸ ਹੈ। ਉਹ ਬੋਰਨਵੀਟਾ ਵੇਚਣ ਵਾਸਤੇ ਕਹਿੰਦੀ ਹੈ ਵੀ ਤੂੰ ਬੋਰਨਵੀਟਾ ਜਦ ਤੱਕ ਨਹੀਂ ਪਾਏਂਗੀ ਨਾ, ਇਹਦਾ ਕੈਲਸ਼ੀਅਮ ਤੈਨੂੰ ਨਹੀਂ ਲੱਗੂਗਾ। ਕਿਸੇ ਮੈਡੀਕਲ ਦੀ ਬੁੱਕ ਦੇ ਵਿੱਚ ਇਹ ਗੱਲ ਨਹੀਂ ਲਿਖੀ ਵੀ ਤੁਹਾਨੂੰ ਵਿਟਾਮਿਨ D ਬਾਹਰੋਂ ਲੈਣਾ ਪੈਂਦਾ ਹੈ। ਵਿਟਾਮਿਨ D ਵੀ ਜਿਹੜਾ ਹੈਗਾ ਉਹ ਦੁੱਧ ਦੇ ਵਿੱਚ ਹੁੰਦਾ ਹੈਗਾ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਉੱਥੇ ਨਾਲ ਬੈਠੇ ਹਾਂ, ਅਸੀਂ ਆਪ ਵੀ ਕਨਵਿੰਸ ਹੋ ਰਹੇ ਹਾਂ, ਅਤੇ ਫਿਰ ਬੱਚੇ ਨੂੰ ਕੀ ਕਨਵਿੰਸ ਕਰਾਵਾਂਗੇ? ਬੱਚਾ ਤੁਹਾਨੂੰ ਬੋਰਨਵੀਟਾ ਮੰਗੂਗਾ, ਪੀਊਗਾ,
ਫਿਰ ਉਹਦਾ ਆਦੀ ਹੋਊਗਾ, ਉਹਨੂੰ ਫਿਰ ਦੂਸਰਾ ਦੁੱਧ ਚੰਗਾ ਵੀ ਨਹੀਂ ਲੱਗਦਾ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਇੱਕ ਟ੍ਰਾਇੰਗਲ ਬਣਾਈ ਹੋਈ ਹੈ, ਅਧਿਆਪਕ, ਟੀਚਰ ਤੇ ਮੀਡੀਆ, ਇਹ ਤਿੰਨੇ ਮਤਲਬ ਕਿ ਜਿਹੜੇ ਨਾ ਉਹਨੂੰ ਕੋਸ ਰਿਹਾ, ਉਹ ਉਹਨੂੰ ਕੋਸ ਰਿਹਾ। ਮੀਡੀਆ ਵਾਲੇ ਜੇ ਡਿਸਕਸ਼ਨ ਕਰਾਉਣਗੇ ਨਾ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਬਹੁਤ ਵਧੀਆ ਰੋਲ ਅਦਾ ਕਰ ਰਹੇ ਹਾਂ ਬੱਚਿਆਂ ਨੂੰ ਅਵੇਅਰ ਕਰਨ ਦਾ, ਮਾਂ ਪਿਓ ਨੂੰ ਅਵੇਅਰ ਕਰਨ ਦਾ, ਅਧਿਆਪਕਾਂ ਨੂੰ ਅਵੇਅਰ ਕਰਨ ਦਾ। ਇਹ ਮਾਂ ਪਿਓ ਜਿਹੜੇ ਨੇ ਉਹਨਾਂ ਕੋਲ ਟਾਈਮ ਨਹੀਂ ਹੈ, ਮਾਂ ਪਿਓ ਕਹਿੰਦੇ ਆ ਅਧਿਆਪਕ ਕੋਲ ਨਹੀਂ ਹੈ। ਅਧਿਆਪਕਾਂ ਦੇ ਨਾਲ ਗੱਲ ਕੀਤੀ, ਅਧਿਆਪਕ ਕਹਿੰਦੇ ਸਾਡੇ ਕੋਲ ਤਾਂ ਬੱਚਾ 6 ਘੰਟੇ ਰਹਿੰਦਾ, 18 ਘੰਟੇ ਦਾ ਘਰੇ ਰਹਿੰਦਾ ਨਾ, ਅਸੀਂ ਕੀ ਇਹਨਾਂ ਨੂੰ 6 ਘੰਟਿਆਂ ਦੇ ਵਿੱਚ ਕਰ ਦੇਣਾ ਹੈਗਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਬਲੇਮ ਗੇਮ ਦੇ ਵਿੱਚੋਂ ਦੀ ਮਤਲਬ ਕਿ ਆਪਾਂ ਆਪਣੇ ਆਪ ਨੂੰ ਕੱਢੀਏ। ਮੈਂ ਸਿਰਫ 2-3 ਮਿੰਟ ਹੋਰ ਲਾ ਕੇ, ਕਿਉਂਕਿ ਸਾਡੇ ਕੋਲ 2 ਵਧੀਆ ਬਰਦਰ, ਮੈਂ ਇੱਕ ਪੁਆਇੰਟ ਹਾਈਲਾਈਟ ਕਰਨਾ ਚਾਹੁੰਦਾ, ਫਿਰ ਕਦੇ ਮੌਕਾ ਮਿਲੇਗਾ ਆਪਾਂ ਹੋਰ ਗੱਲਾਂ ਕਰਾਂਗੇ ਮਨੋਵਿਗਿਆਨਿਕ ਪੱਖ ਤੋਂ। ਵੀ ਇੱਕ ਜਿਹੜੀ ਸਭ ਤੋਂ ਵੱਡੀ ਘਾਟ ਹੈ, ਚਾਹੇ ਉਹ ਮਾਂ ਪਿਓ ਨੇ, ਚਾਹੇ ਉਹ ਸਾਡੇ ਅਧਿਆਪਕ ਨੇ, ਸਾਡੇ ਬੱਚਿਆਂ ਦੇ ਵਿੱਚ ਜੋ ਸਭ ਤੋਂ ਵੱਡਾ ਕ੍ਰਾਈਸਿਸ ਹੈ, ਜਿਹੜੀ ਮੈਂ ਸਵੇਰੇ ਗੱਲ ਕਰ ਰਿਹਾ ਸੀਗਾ, ਉਸ ਕ੍ਰਾਈਸਿਸ ਦੇ ਪਿੱਛੇ ਇੱਕ ਹੋਰ ਵੱਡਾ ਕ੍ਰਾਈਸਿਸ ਉਹ ਹੈ ਕਿ ਸਾਡੇ ਬੱਚਿਆਂ ਦੇ ਕੋਲੋਂ ਕੋਈ ਵੀ ਆਈਡੀਅਲ ਨਹੀਂ ਹੈਗਾ, ਰੋਲ ਮਾਡਲ ਕੋਈ ਨਹੀਂ ਹੈਗਾ। ਤੁਸੀਂ ਆਪ ਸਾਰੇ ਮਹਿਸੂਸ ਕਰ ਸਕਦੇ ਹੋ। ਬੱਚਿਆਂ ਦੇ ਕੋਲ ਸਿਰਫ ਬੱਚਿਆਂ ਨੂੰ ਰੋਲ ਮਾਡਲ ਨਹੀਂ ਚਾਹੀਦਾ ਹੁੰਦਾ, ਸਾਰਿਆਂ ਨੂੰ ਚਾਹੀਦਾ ਹੁੰਦਾ, ਸਾਰੀ ਉਮਰ ਚਾਹੀਦਾ ਹੁੰਦਾ। ਰੋਲ ਮਾਡਲ ਜ਼ਿੰਦਗੀ ਦੇ ਵਿੱਚ ਇੱਕ ਮੂਵਿੰਗ ਫੋਰਸ ਹੁੰਦਾ, ਚਾਲਕ ਸ਼ਕਤੀ ਹੁੰਦਾ, ਜਿਹੜਾ ਤੁਹਾਨੂੰ ਪ੍ਰੇਰਿਤ ਕਰਦਾ ਕਿ ਮੈਂ ਇਹੋ ਜਿਹਾ ਬਣਨਾ ਹੈ। ਇਹ ਬੱਚੇ ਦਾ ਰੋਲ ਮਾਡਲ ਬੰਦਾ ਕਿਵੇਂ ਹੈ? ਬਚਪਨ ਤੋਂ ਬੰਦਾ, ਜਿਸ ਦਿਨ ਬੱਚਾ ਬੋਲਣ ਲੱਗਦਾ ਹੈ 1.5-2 ਸਾਲ ਦਾ, ਜਦੋਂ ਬੋਲਦਾ ਹੈ ਉਹਨੂੰ ਸਭ ਤੋਂ ਵੱਧ ਨੌਲੇਜ ਕੌਣ ਦਿੰਦੇ ਨੇ? ਮਾਂ ਪਿਓ। ਆਹ ਕੀ ਹੈ, ਉਹ ਕੀ ਹੈ, ਹਰੇਕ ਚੀਜ਼ ਦੱਸਦੇ ਹੈ। ਉਹਨੂੰ ਲੱਗਦਾ ਵੀ ਇਹ ਬੜੇ ਗਿਆਨਵਾਨ ਨੇ, ਉਹਦੇ ਮਨ 'ਚ ਇੱਕ ਅਚੇਤ ਮਨ ਦੇ 'ਚ ਲੱਗਦੇ ਨੇ ਮੇਰਾ ਫਾਦਰ ਬਹੁਤ ਵਧੀਆ, ਮਤਲਬ ਕਿ ਇਹਨੂੰ ਬੜੀ ਨੌਲੇਜ ਹੈਗੀ ਹੈ। ਫਿਰ ਤੁਹਾਡੇ ਕੋਲ ਆਉਂਦਾ ਉਹ, ਭਾਵੇਂ 1.5 ਸਾਲ 'ਤੇ, 2 ਸਾਲ 'ਤੇ, 2.5 ਸਾਲ 'ਤੇ, 6 ਸਾਲ 'ਤੇ ਆਵੇ, ਉਹ ਤੁਹਾਡੇ ਕੋਲ ਆਉਂਦਾ ਹੈ। ਤੁਸੀਂ ਉਹਨੂੰ ਸਵਾਲ ਦਿੰਦੇ ਹੋ, ਕੁਛ ਕੁਐਸਚਨਸ ਦਿੰਦੇ ਹੋ, ਉਹ ਘਰੇ ਜਾਂਦਾ ਹੈ। ਮਾਂ ਪਿਓ ਦੇ ਸਾਹਮਣੇ ਕੋਈ ਵਾਰੀ ਸਵਾਲ ਪੁੱਛਦਾ ਵੀ ਆ ਮੈਨੂੰ ਹੋਮਵਰਕ ਮਿਲਿਆ, ਉਹ ਪਿਓ ਕਹੂਗਾ ਕਿ ਮੈਨੂੰ ਨਹੀਂ ਪਤਾ, ਮਦਰ ਕਹੂਗੀ ਮੈਂ ਵੀ ਮਤਲਬ ਨਾ ਇਹ ਵੀ ਨਵਾਂ ਸਿਲੇਬਸ ਹੋ ਗਿਆ, ਤੁਹਾਨੂੰ ਮਤਲਬ ਟੀਚਰ ਤੋਂ ਹੀ ਪੁੱਛੀ। ਟੀਚਰ ਜਵਾਬ ਦਿੰਦਾ, ਉਹਨੂੰ ਲੱਗਦਾ ਕਿ ਟੀਚਰਸ ਵੱਧ ਇੰਟੈਲੀਜੈਂਟ ਨੇ, ਉਹਦਾ ਆਈਡੀਅਲ ਸ਼ਿਫਟ ਹੋ ਜਾਂਦਾ ਹੈ। ਬੱਚੇ ਦੇ ਵਿੱਚ ਆਈਡੀਅਲ ਬਣਨ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੰਦਾ ਗਿਆਨਵਾਨ ਹੈ ਉਹ ਉਸ ਦਾ ਆਈਡੀਅਲ ਬਣ ਸਕਦਾ ਹੈ। ਉਸ ਤੋਂ ਬਾਅਦ ਕੀ ਹੁੰਦਾ? ਅਸੀਂ ਕਹਿੰਦੇ ਕਿ ਮੀਡੀਆ ਵੱਲ ਕਿਉਂ ਝੁਕਦਾ ਹੈ, ਇੰਟਰਨੈਟ ਵੱਲ ਕਿਉਂ ਜਾ ਰਿਹਾ ਹੈ? ਟੀਚਰਸ ਤੋਂ ਵੱਧ ਇੰਟੈਲੀਜੈਂਟ ਹੈ ਮੀਡੀਆ, ਇੰਟਰਨੈਟ, ਇਹ ਸਾਰੇ ਉਹਨੂੰ ਵੱਧ ਗਿਆਨਵਾਨ ਬਣਾ ਰਹੇ ਨੇ, ਜਿਹੜੇ ਸਾਡੇ ਅਧਿਆਪਕ ਨਹੀਂ ਹੈਗੇ। ਕਹਿਣ ਦਾ ਮਤਲਬ ਇਹ, ਅਸੀਂ ਅਪਡੇਟ ਨਹੀਂ ਕਰਦੇ ਆਪਣੇ ਆਪ ਨੂੰ, ਆਪਣੀ ਨੌਲੇਜ ਨੂੰ, ਆਪਣੇ ਆਪ ਨੂੰ। ਜਿਹੜੀ ਗੱਲ ਪੜ੍ਹਾਉਣ ਦੀ ਗੱਲ ਹੈ, ਬੱਚੇ ਨੇ ਜਿਹੜਾ ਕਿਹਾ ਵੀ ਸਾਨੂੰ ਕੀ ਚਾਹੀਦਾ ਹੈ, ਉਹ ਅਧਿਆਪਕ ਜਿਹੜੇ ਨੇ ਉਹ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ, ਆਪਣੇ ਆਪ ਨੂੰ ਨੌਲੇਜ ਨਹੀਂ ਮਤਲਬ ਕਿ ਨਾਲ ਕਰਦੇ। ਜੇ ਤੁਸੀਂ ਕਿਤਾਬ ਵਾਲਾ ਲਿਖਿਆ ਹੀ ਪੜ੍ਹਾਉਣਾ ਤਾਂ ਕਿਤਾਬ ਤਾਂ ਬੱਚੇ ਕੋਲ ਹੈਗੀ ਹੈ। ਜਿਹੜਾ ਅਧਿਆਪਕ ਉਹ ਹੀ ਪੜ੍ਹਾ ਰਿਹਾ ਜੋ ਕਿਤਾਬ ਲਿਖਿਆ ਹੈ, ਬੱਚਾ ਦੇਖ ਲੈਂਦਾ ਵੀ ਇਹ ਕਿਤਾਬ ਹੀ ਬੋਲੀ ਜਾਂਦੀ ਹੈ ਮੈਡਮ, ਤਾਂ ਇਹ ਸੇਮ ਟੂ ਸੇਮ ਹੀ ਹੈਗਾ। ਉਹ ਦੇਖਦਾ, ਉਹਲੇ ਅਗਲੇ ਦਿਨ ਤੋਂ ਉਹ ਕਿਤਾਬ ਨਾਲ ਲੈਂਦਾ, ਅੰਡਰਲਾਈਨ ਕਰੀ ਜਾਂਦਾ ਹੁੰਦਾ ਵੀ ਆਹ 4 ਗੱਲਾਂ ਮੈਡਮ ਨੇ ਪੜ੍ਹਾਈਆਂ ਹੈਗੀਆਂ। ਕਈ ਵਾਰੀ ਨੋਟਸ ਦੇਖਦਾ, ਪੁਰਾਣਾ ਸਟੂਡੈਂਟ ਸੀਨੀਅਰ ਨੋਟਸ ਦੇ ਕੇ ਚਲਾ ਜਾਂਦਾ ਵੀ ਆਹ ਨੋਟਸ ਨੇ ਇਹੀ ਬੋਲੂਗੀ, ਤੂੰ ਬੁਲਾ ਨਹੀਂ ਪਵੇਂ, ਅਸੀਂ 5 ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਉਹੀ ਨੋਟਸ ਹੈਗੇ ਆ। ਫਿਰ ਉਸ ਅਧਿਆਪਕ ਤੋਂ ਅਸੀਂ ਕੀ ਬੱਚੇ ਤੋਂ ਅਸੀਂ ਆਸ ਕਰ ਸਕਦੇ ਹਾਂ, ਜਿਸ ਰਿਸਪੈਕਟ ਦੀ ਅਸੀਂ ਆਸ ਕਰਦੇ ਹੈਗੇ। ਕਹਿਣ ਦਾ ਮਤਲਬ ਇਹ ਆਈਡੀਅਲ ਇਸ ਤਰੀਕੇ ਦੇ ਨਾਲ ਸ਼ਿਫਟ ਹੁੰਦੇ ਜਾਂਦੇ ਆ, ਜ਼ਿੰਦਗੀ ਦੇ ਵਿੱਚ ਕਿਤੇ ਹੋਰ ਆਈਡੀਅਲ ਚਲਾ ਜਾਂਦਾ, ਜਿਹੜਾ ਹੋਰ ਵਧੀਆ ਹੁੰਦਾ। ਕਿਸੇ ਦੇ ਇਤਿਹਾਸਿਕ ਪਾਤਰ ਨੂੰ ਆਈਡੀਅਲ ਬਣ ਜਾਂਦੇ ਆ, ਗੁਰੂ ਗੋਬਿੰਦ ਸਿੰਘ ਆਈਡੀਅਲ ਬਣ ਜਾਂਦਾ, ਸ਼ਹੀਦ ਭਗਤ ਸਿੰਘ ਆਈਡੀਅਲ ਬਣ ਜਾਂਦਾ। ਮੈਂ ਮੈਡੀਕਲ ਕਾਲਜ ਵਿੱਚ ਇੱਕ ਸਰਵੇ ਕੀਤਾ, +2 ਤੋਂ ਬਾਅਦ ਜਿਹੜੇ ਬੱਚੇ ਆਉਂਦੇ ਆ, ਮੈਂ ਉਹਨਾਂ ਤੋਂ ਪੁੱਛਿਆ ਵੀ ਤੁਹਾਡੀ ਜ਼ਿੰਦਗੀ 'ਚ ਆਈਡੀਅਲ ਕੌਣ ਹੈ? 25% ਬੱਚਿਆਂ ਨੇ ਕਿਹਾ ਸਾਡਾ ਕੋਈ ਆਈਡੀਅਲ ਨਹੀਂ ਹੈ। ਜਿਹੜੇ ਬੱਚੇ ਮੈਡੀਕਲ ਕਾਲਜ ਵਿੱਚ ਦਾਖਲ ਹੋਏ ਹੈ, ਜਿਹੜੇ ਬੱਚੇ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਮਾਂ ਪਿਓ ਨੇ 2-2, 3-3 ਲੱਖ ਰੁਪਈਆ ਖਰਚ ਕੀਤਾ ਪੜ੍ਹਾਉਣ ਦੇ ਵਾਸਤੇ, ਉਹ ਆਈਡੀਅਲ ਨਹੀਂ ਹੈਗੇ। ਸਭ ਤੋਂ ਹੈਰਾਨਗੀ ਦੀ ਗੱਲ, ਇੱਕ ਵੀ ਬੱਚੇ ਨੇ ਨਹੀਂ ਲਿਖਿਆ ਕਿ ਟੀਚਰ ਮੇਰਾ ਆਈਡੀਅਲ ਹੈ। ਕਿਉਂ? ਕਿਉਂਕਿ ਉਹਨੇ 2 ਸਾਲਾਂ ਦੇ ਵਿੱਚ ਉਹਦੇ ਤੋਂ ਵਿੱਦਿਆ ਜਿਹੜੀ ਲਈ ਨਹੀਂ, ਖਰੀਦੀ ਹੈ ਪੈਸੇ ਦੇ ਕੇ, ਕ੍ਰੈਸ਼ ਕੋਰਸ ਕਰਕੇ, ਪੈਕੇਜ ਲੈ ਕੇ। ਕਹਿਣ ਦਾ ਮਤਲਬ ਇਹ ਹੈ, ਇੱਕ ਆਈਡੀਅਲ ਜਿਹੜਾ ਨਾ ਹੋਣਾ ਜ਼ਿੰਦਗੀ ਦੇ ਵਿੱਚ, ਉਸ ਦਾ ਕੀ ਮਤਲਬ ਹੈ ਕਿ ਸਾਡੇ ਵਿੱਚ ਉਹ ਗੁਣ ਨਹੀਂ ਹੈਗੇ। ਇਹ ਵੀ ਇੱਕ ਸਵਾਲ ਸੀਗਾ ਕਿ ਤੁਸੀਂ ਦੱਸੋ ਵੀ ਕਿਹੜੇ ਗੁਣਾਂ ਵਾਲੇ ਵਿਅਕਤੀ ਨੂੰ ਤੁਸੀਂ ਆਈਡੀਅਲ ਮੰਨਦੇ ਹੋ? ਉਹਦੇ ਕੀ ਗੁਣ ਦੇਖੇ? ਜਿਹੜੇ ਗੁਣ ਦੇਖੇ, ਹਾਰਡ ਵਰਕਿੰਗ ਹੋਣਾ ਚਾਹੀਦਾ ਹੈ, ਪੇਸ਼ੈਂਸ ਹੋਣਾ ਚਾਹੀਦਾ ਹੈ, ਟਰੂਥਫੁਲ ਹੋਣਾ ਚਾਹੀਦਾ ਹੈ, ਓਨੈਸਟੀ ਹੋਣੀ ਚਾਹੀਦੀ ਹੈ। 2-2 ਗੁਣ ਮੈਂ ਉਹਨਾਂ ਨੂੰ ਕਿਹਾ ਸੀ ਲਿਖਣ ਵਾਸਤੇ, 30-40 ਗੁਣਾਂ ਦੀ ਲਿਸਟ ਬਣ ਜਾਂਦੀ ਹੈ। ਆਈਡੀਅਲ ਨਾ ਹੋਣ ਦਾ ਮਤਲਬ ਇਹ ਹੈ ਕਿ ਕੋਈ ਵੀ ਬੰਦਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਹੜਾ ਅੱਜ ਸਮਾਜ ਦੇ ਵਿੱਚ ਇੱਕ ਆਈਡੀਅਲ ਹੋਵੇ। ਅਤੇ ਜਿਹੜਾ ਆਈਡੀਅਲ ਹੈ ਉਹ ਅੱਜ ਹੈ, ਉਹ 2 ਸਾਲ ਨੂੰ ਟੁੱਟ ਜਾਂਦਾ ਹੈ, ਹੋਰ 2 ਸਾਲ ਨੂੰ ਟੁੱਟ ਜਾਂਦਾ ਹੈ।
ਜਦੋਂ ਆਈਡੀਅਲ ਟੁੱਟਦਾ ਤਾਂ ਆਦਮੀ ਦੀ ਸ਼ਖਸੀਅਤ ਦੇ ਵਿੱਚ ਬਹੁਤ ਵੱਡਾ ਕਰੈਕ ਆਉਂਦਾ ਹੈ। ਉਹ ਕਰੈਕ ਜਿਹੜਾ ਹੈਗਾ ਉਹ ਸਾਰੀਆਂ ਦੀਆਂ ਸਾਰੀਆਂ, ਤੁਸੀਂ ਨਸ਼ੇ ਦੀ ਗੱਲ ਕਰ ਲਓ, ਚਾਹੇ ਤੁਸੀਂ ਸੈਕਸ ਐਕਸਪੈਰੀਮੈਂਟੇਸ਼ਨ ਦੀ ਗੱਲ ਕਰ ਲਓ, ਕੁਛ ਮਰਜ਼ੀ ਤੁਸੀਂ ਕਰ ਲਓ, ਰੋਡ ਟ੍ਰੈਫਿਕ ਐਕਸੀਡੈਂਟਸ ਦੇ ਵਿੱਚ ਰੈਸ਼ ਡਰਾਈਵਿੰਗ ਦੀ ਗੱਲ ਕਰ ਲਓ, ਜਦੋਂ ਉਹ ਆਪਣੀ ਪਹਿਚਾਣ ਗਲਤ ਕੰਮਾਂ ਦੇ ਵਿੱਚ ਲੱਭਣ ਲੱਗ ਪੈਂਦਾ ਕਿਉਂਕਿ ਉਹਨੂੰ ਇੱਕ ਆਈਡੀਅਲ ਹੀ ਨਜ਼ਰ ਨਹੀਂ ਆ ਰਿਹਾ ਕਿ ਮੈਂ ਕਰਾਂ ਕੀ, ਬਣਾ ਕੀ। ਤਾਂ ਇਸ ਕਰਕੇ ਸਾਨੂੰ ਸਭ ਤੋਂ ਵੱਧ ਆਪਣੇ ਆਪ ਨੂੰ ਇਸ ਢੰਗ ਤੋਂ ਝਾਕਣਾ ਚਾਹੀਦਾ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਬੱਚਿਆਂ ਤੋਂ ਆਸ ਕਰਦੇ ਹਾਂ ਕਿ ਅਸੀਂ ਉਹ ਉਹਨਾਂ ਨੂੰ ਦਿੱਤੀਆਂ। ਇੱਕ ਟੀਚਰ ਦੇ ਤੌਰ 'ਤੇ ਤੁਸੀਂ ਸਿਲੇਬਸ ਪੜ੍ਹਾਉਂਦੇ ਹੋ, ਮੈਂ ਮੈਡੀਕਲ ਕਾਲਜ 'ਚ ਪੜ੍ਹਾਉਂਦਾ, ਜਦੋਂ ਬੱਚਾ ਸਾਡੇ ਕੋਲ ਆਉਂਦਾ 4.5 ਸਾਲ ਬਾਅਦ ਉਹ ਇੱਕ ਡਾਕਟਰ ਬਣਾਉਣ ਦੇ ਵਾਸਤੇ ਜੋ 17 ਸਬਜੈਕਟ ਨੇ 4.5 ਸਾਲਾਂ 'ਚ ਪੜ੍ਹ ਕੇ ਤੇ ਡਾਕਟਰ ਬਣ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਡਿਸਿਪਲਿਨ, ਉਹ ਪੜ੍ਹਾਇਆ ਉਹ ਤਾਂ ਕੋਈ ਸਬਜੈਕਟ ਵੀ ਹੈ ਨਹੀਂ। ਅਸੀਂ ਮੋਰੈਲਿਟੀ ਅਸੀਂ ਪੜ੍ਹਾਈ ਹੈ, ਉਹ ਉਹਦੇ ਸਬਜੈਕਟ 'ਚ ਹੈ ਨਹੀਂ। ਇਹਦੀ ਲੈਬੋਰਟਰੀ ਕਿੱਥੇ ਹੈ? ਉਸ ਦੀ ਲੈਬੋਰਟਰੀ ਸਕੂਲ ਹੈ, ਕਾਲਜ ਨੇ, ਟੀਚਰਸ ਨੇ। ਅਤੇ ਜੇ ਉਸ ਲੈਬੋਰਟਰੀ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਜਿਹੜੀ ਲੈਬੋਰਟਰੀ ਤੁਸੀਂ ਕੈਮਿਸਟਰੀ ਦੇ ਵਿੱਚ ਕਰ ਰਹੇ ਹੋ ਉਹ ਤਾਂ ਉਹ ਕਰਨ ਜਾਣਦਾ ਹੈ, ਪਰ ਜੋ ਉਹ ਦੇਖ ਰਿਹਾ ਹੈ, ਜਿਸ ਲੈਬੋਰਟਰੀ ਦੇ ਵਿੱਚ ਉਹਨੂੰ ਆਈਡੀਅਲ ਜਿਹੋ ਜਿਹੇ ਮਿਲ ਰਹੇ ਨੇ ਉਹੋ ਜਿਹੇ ਹੀ ਉਹ ਸਿੱਖ ਜਾਂਦਾ ਹੈ। 17 ਸਾਲ ਦਾ ਬੱਚਾ ਇਹ ਲਿਖਦਾ ਹੈ ਕਿ ਮੈਂ ਇਹ ਪ੍ਰੋਫੈਸ਼ਨ ਇਸ ਕਰਕੇ ਜੁਆਇਨ ਕੀਤਾ ਹੈ ਕਿ ਵੀ ਮੈਂ ਮਤਲਬ ਕਿ ਸੇਵਾ ਕਰਨੀ ਹੈ। ਅਤੇ ਉਹੀ ਬੱਚਾ 7 ਸਾਲ ਦੇ ਬਾਅਦ ਡਾਕਟਰ ਦੇ ਕੋਲ ਬੈਠਾ ਹੈਗਾ ਅਤੇ ਡਾਕਟਰ ਕਹਿ ਰਿਹਾ ਇਹਨੂੰ ਲਿਖ ਵੀ ਆ 10 ਟੈਸਟ ਕਰਾਊਗਾ, ਅਤੇ 10 ਟੈਸਟ ਕਰਵਾਉਣ ਵਾਸਤੇ ਮਰੀਜ਼ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ 10 ਟੈਸਟਾਂ ਦੀ 300 ਰੁਪਈਆ ਕਮਿਸ਼ਨ ਜਿਹੜੀ ਹੈਗੀ ਆ ਉਹ ਡਾਕਟਰ ਦੀ ਜੇਬ ਵਿੱਚ ਆ ਜਾਂਦੀ ਹੈ। ਉਹ ਡਾਕਟਰ ਜਿਹੜਾ ਮੁੰਡਾ ਹੈਗਾ ਜਿਹੜਾ ਉਹਦੇ ਨਾਲ ਅਸਿਸਟ ਕਰ ਰਿਹਾ ਡਿਊਰਿੰਗ ਟ੍ਰੇਨਿੰਗ, ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਡਾਕਟਰ ਸਾਹਿਬ ਨੂੰ 300 ਰੁਪਏ ਕਿਸ ਗੱਲ ਦੇ ਆਏ ਹੈ। ਤਾਂ ਇਸ ਕਰਕੇ ਇਹ ਲੈਬੋਰਟਰੀ ਹੈਗੀ ਹੈ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਅਸੀਂ ਸਮਝਦੇ ਨਹੀਂ। ਤਾਂ ਇਸ ਕਰਕੇ ਅਸੀਂ ਜਿਹੜੀਆਂ ਗੱਲਾਂ ਮਤਲਬ ਕਿ ਆਪਣੇ ਬੱਚਿਆਂ ਦੇ ਵਿੱਚ ਦੇਖਣਾ ਚਾਹੁੰਦੇ ਹਾਂ, ਜਿਹੜੀਆਂ ਮਤਲਬ ਕਿ ਗੱਲਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਨੂੰ ਦੇਣ, ਜਿਹੜੀ ਰਿਸਪੈਕਟ ਦੇਣ, ਜਿਹੜਾ ਡਿਸਿਪਲਿਨ ਦੇਣ, ਇਹ ਸਾਰਾ ਕੁਝ ਇਹ ਤਾਂ ਹੀ ਪੋਸੀਬਲ ਹੈਗਾ ਜੇ ਅਸੀਂ ਮਤਲਬ ਕਿ ਆਪ ਇੱਕ ਲੈਬੋਰਟਰੀ ਦੇ ਵਿੱਚ ਉਸ ਤਰੀਕੇ ਦਾ ਬਣਨ ਦੀ ਕੋਸ਼ਿਸ਼ ਕਰਾਂਗੇ। ਬੱਚਿਆਂ ਨੇ 6 ਬੱਚਿਆਂ ਨੇ ਬੜਾ ਵਧੀਆ ਟੀਚਰਸ ਨੂੰ ਵੀ ਉਹਨਾਂ ਬਲੇਮ ਦਿੱਤਾ ਹੈ, ਅਧਿਆਪਕਾਂ ਨੂੰ ਵੀ, ਆਪਣੇ ਪੇਰੈਂਟਸ ਨੂੰ ਵੀ ਉਹਨਾਂ ਦਿੱਤਾ ਹੈ, ਅਤੇ ਪੀਅਰ ਗਰੁੱਪ ਨੂੰ ਵੀ ਉਹਨਾਂ ਹੀ ਦਿੱਤਾ ਹੈਗਾ। ਇਹ ਇੱਕ ਵਧੀਆ ਗੱਲ ਹੈਗੀ ਕਿ ਇਹ ਪਹਿਚਾਣਦੇ ਨੇ ਵੀ ਅਸੀਂ ਤਿੰਨਾਂ ਦੇ ਤਰਫੋਂ ਹੀ ਜਿਹੜੇ ਸ਼ਿਕਾਰ ਹੋ ਰਹੇ ਹਾਂ। ਜਿਹੜਾ ਲਾਸਟ 'ਤੇ ਬੇਟੀ ਨੇ ਕਿਹਾ ਵੀ ਅਸੀਂ ਕੀ ਕਰੀਏ, ਸਭ ਤੋਂ ਵਧੀਆ ਉਹੀ ਹੈ ਕਿ ਇਹ ਜਿਹੜਾ ਕਲਾਸ ਦੇ ਵਿੱਚ ਮੋਬਾਈਲ ਲੈ ਕੇ ਆ ਰਿਹਾ ਹੈ, ਇਹਦੇ ਵਿੱਚ ਉਸ ਮਾਹੌਲ ਦਾ ਹੀ ਸਭ ਤੋਂ ਵੱਡਾ ਅਸਰ ਹੈਗਾ। ਟੋਟਲ ਮਾਹੌਲ ਨੂੰ ਉਸ ਅਦਾਰੇ ਦੇ ਵਿੱਚ, ਉਸ ਅਦਾਰੇ ਦੇ ਗੇਟ ਤੋਂ ਹੀ ਮੋਬਾਈਲ ਅੰਦਰ ਕਿਉਂ ਵੜਦਾ ਹੈ, ਇਹ ਸਾਨੂੰ ਮਤਲਬ ਕਿ ਅਸੀਂ ਮੋਟਰਸਾਈਕਲ ਦੀ ਗੱਲ ਕਰਦੇ ਹਾਂ, ਅਸੀਂ +2 ਦੇ ਬੱਚੇ ਨੂੰ 16 ਸਾਲ ਦਾ ਬੱਚਾ ਜਿਹਦਾ ਲਾਇਸੈਂਸ ਹੀ ਨਹੀਂ ਬਣ ਸਕਦਾ, ਉਹ ਬੱਚਾ ਲਾਇਸੈਂਸ ਲੈ ਕੇ ਇੱਕ ਐਸੇ ਤਾਂ ਹੀ ਅੰਮ੍ਰਿਤਸਰ ਦੇ ਸਕੂਲ ਹੈ, ਉਹਦੇ 'ਚ ਬੱਚਾ ਵਿਦਾਊਟ ਲਾਇਸੈਂਸ ਆਪਣੇ ਉਹਦੇ 'ਤੇ ਨਹੀਂ ਆ ਸਕਦਾ ਮੋਟਰਸਾਈਕਲ 'ਤੇ, ਉਹਦੇ ਕੋਲ ਲਾਇਸੈਂਸ ਹੋਣਾ ਚਾਹੀਦਾ। ਗੇਟ 'ਤੇ ਉਹ ਲਾਇਸੈਂਸ ਦੇਖਦੇ ਆ। ਜੇ 16 ਸਾਲ ਦੇ ਬੱਚੇ ਨੇ ਲਾਇਸੈਂਸ ਬਣਾਇਆ, ਫਿਰ ਟੀਚਰ ਕਹਿੰਦੇ ਨੇ ਸਾਡਾ ਕੋਈ ਕਸੂਰ ਨਹੀਂ, ਇਹਦੇ ਪਿਓ ਨੇ 16 ਸਾਲ ਦਾ ਹੈਗਾ 18 ਸਾਲ ਲਿਖਵਾ ਕੇ ਜੇ ਇਹਦਾ ਬਣਾਇਆ, ਫਿਰ ਮੈਂ ਇਹਦਾ ਕੁਛ ਨਹੀਂ ਕਰ ਸਕਦਾ, ਫਿਰ ਇਹਦੇ ਜ਼ਿੰਮੇਵਾਰ ਮਾਂ ਪਿਓ ਨੇ। ਤਾਂ ਇਸ ਕਰਕੇ ਇਹ ਸਾਰੇ ਪਰਸਪੈਕਟਿਵ ਨੂੰ ਇਸ ਪਹਿਲੂ ਤੋਂ ਦੇਖਣ ਅਤੇ ਸਮਝਣ ਦੀ ਲੋੜ ਹੈ। ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਸੀ ਕਿ ਬਹੁਤ ਵੱਡੇ ਵਿਸ਼ੇ ਨੇ, ਪਰ ਉਹਨਾਂ ਨੂੰ ਡੀਪ ਰੂਟਿਡਲੀ ਇਸ ਪੱਖ ਤੋਂ ਸਮਝਣ ਦੀ ਲੋੜ ਹੈਗੀ ਹੈ ਵੀ ਆਪਾਂ ਕਿਵੇਂ ਬੱਚੇ ਦੀ ਮਾਨਸਿਕਤਾ ਨੂੰ, ਬੱਚੇ ਦੀ ਇਹਨਾਂ ਖਵਾਹਿਸ਼ਾਂ ਨੂੰ, ਜਿਹਨੂੰ ਅਸੀਂ ਸਿਰਫ ਅਤੇ ਸਿਰਫ ਸਹੂਲਤਾਂ ਕਹਿੰਦੇ ਹਾਂ, ਸਹੂਲਤਾਂ ਦੇ ਵਿੱਚ ਕਨਵਰਟ ਕਰਕੇ ਦੇਖ ਰਿਹਾ ਵੀ ਇਹ ਇਕੁਏਸ਼ਨ ਬਣਾਤੀ ਹੈ ਵੀ ਅਸੀਂ ਸਹੂਲਤਾਂ ਤਾਂ ਦੇ ਰਹੇ ਹਾਂ, ਸਵੇਰ ਤੋਂ ਲੈ ਕੇ ਰਾਤ ਤੱਕ ਦੇ ਰਹੇ ਹਾਂ, ਅਤੇ ਪਰ ਬੱਚਾ ਸਾਡਾ ਕਿਸੇ ਪਾਸੇ ਨਹੀਂ ਲੱਗ ਰਿਹਾ। ਉਸ ਤੋਂ ਇਲਾਵਾ ਉਸ ਤੋਂ ਅੱਗੇ ਉਸ ਹੋਰ ਮਨੋਵਿਗਿਆਨਿਕ ਪਹਿਲੂਆਂ ਨੂੰ ਦੇਖਣ ਦੀ ਲੋੜ ਹੈ। ਇਸ ਇੰਨੀ ਕੁ ਗੱਲ ਦੇ ਨਾਲ ਮੈਂ ਜਿਸ ਤਰ੍ਹਾਂ ਕਿਹਾ ਕਿ ਇਹ ਡਿਸਕਸ਼ਨ ਤੋਂ ਮਤਲਬ ਇਹ ਸੀਗਾ ਕਿ ਤੁਹਾਡੇ ਵਿਚਾਰ ਸੁਣੇ ਜਾਣ ਅਤੇ ਉਸ ਤੋਂ ਆਪਾਂ ਸਮੇਟੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।